Hello students, in this lecture we discuss law of variable proportion. The law of variable proportion is that law which predicts the consequences of varying the proportions in which the fixed and variable factors of production are used. That means law of variable proportion ਕੀ ਸ਼ੋ ਕਰਦਾ ਕਿ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਜਦੋਂ ਕਿਸੇ ਪ੍ਰੋਡਕਟ ਦੇ ਆਊਟਪੁੱਟ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹਾਂ ਤੇ ਇੱਕ ਪ੍ਰੋਡਿਊਸਰ ਕੀ ਕਰਦਾ ਉਹ ਫਿਕਸਡ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਆਪਣੇ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦਾ ਹੈ। ਸਪੋਜ਼ ਦੋ ਤਰ੍ਹਾਂ ਦੇ ਫੈਕਟਰਸ ਆਫ ਪ੍ਰੋਡਕਸ਼ਨ ਆ ਲੈਂਡ ਐਂਡ ਲੇਬਰ। ਲੈਂਡ ਕੀ ਆ ਫਿਕਸਡ ਫੈਕਟਰ ਐਂਡ ਲੇਬਰ ਇਜ਼ ਏ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ। ਸਪੋਜ਼ 2 ਹੈਕਟਰਸ ਲੈਂਡ ਦੇ ਉੱਪਰ ਅਸੀਂ ਟਮੈਟੋਸ ਨੂੰ ਗਰੋ ਕਰਨਾ ਚਾਹੁੰਦੇ ਹਾਂ, ਠੀਕ ਆ। ਅਸੀਂ ਰੇਸ਼ੋ ਕੀ ਲੈਂਦੇ ਹਾਂ 1 ਲੇਬਰ 1:2। ਦੈਟ ਮੀਨਸ ਅਸੀਂ 1 ਲੇਬਰ 2 ਹੈਕਟਰ ਲੈਂਡ ਦੇ ਉੱਪਰ ਯੂਜ਼ ਕਰਦੇ ਹਾਂ। ਬਟ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਪ੍ਰੋਡਕਸ਼ਨ ਇਨਕਰੀਜ਼ ਹੋਵੇ ਤਾਂ ਅਸੀਂ ਕੀ ਕਰ ਸਕਦੇ ਹਾਂ, ਫਿਕਸਡ ਫੈਕਟਰ ਲੈਂਡ ਨੂੰ ਤਾਂ ਇਨਕਰੀਜ਼ ਕਰਨਾ ਪੋਸੀਬਲ ਨਹੀਂ ਹੈਗਾ। ਇਸ ਲਈ ਇੱਕ ਪ੍ਰੋਡਿਊਸਰ ਜਾਂ ਇੱਕ ਫਾਰਮਰ ਕੀ ਕਰਦਾ ਹੈ ਉਹ ਲੇਬਰ ਦੈਟ ਜੋ ਕੀ ਹੈ ਵੇਰੀਏਬਲ ਫੈਕਟਰ ਉਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰ ਦਿੰਦਾ। ਦੈਟ ਮੀਨਸ 2:2 ਜਿਸ ਨਾਲ ਕੀ ਆ ਪ੍ਰੋਡਕਸ਼ਨ ਵਿੱਚ ਇਨਕਰੀਜ਼ ਹੁੰਦਾ। ਉਹੀ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਸ਼ੋ ਕਰਦਾ। ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਦੱਸਦਾ ਕਿ ਜਦੋਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕੀਤਾ ਜਾਂਦਾ ਆ, ਇਨੀਸ਼ੀਅਲੀ ਜਿਹੜਾ ਪ੍ਰੋਡਕਸ਼ਨ ਇਨਕਰੀਜ਼ ਕਰਦਾ ਆ, ਇੱਕ ਪੁਆਇੰਟ ਆਫ ਟਾਈਮ ਤੋਂ ਬਾਅਦ ਜਿਹੜਾ ਪ੍ਰੋਡਕਸ਼ਨ ਆ ਉਹ ਡਿਕਰੀਜ਼ ਕਰਨਾ ਸਟਾਰਟ ਕਰ ਦਿੰਦਾ ਆ। ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਨੂੰ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਪ੍ਰੋਡਕਟ ਔਰ ਡਿਮਿਨਿਸ਼ਿੰਗ ਮਾਰਜਨਲ ਰਿਟਰਨ ਔਰ ਡਿਮਿਨਿਸ਼ਿੰਗ ਰਿਟਰਨ ਵੀ ਕਿਹਾ ਜਾਂਦਾ ਆ। ਨੈਕਸਟ ਇਜ਼ assumptions. First point is one of the factor is variable while other factors are fixed. ਇਹ ਅਜ਼ਿਊਮ ਕਰਕੇ ਚੱਲਦਾ ਹੈ ਲਾਅ ਕਿ ਸਿਰਫ ਇੱਕ ਫੈਕਟਰ ਹੀ ਵੇਰੀਏਬਲ ਆ, ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਉਹ ਕੀ ਆ ਕੌਨਸਟੈਂਟ ਆ, ਉਹਨਾਂ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਸਿਰਫ ਇੱਕ ਹੀ ਫੈਕਟਰ ਵੇਰੀਏਬਲ ਆ। ਨੈਕਸਟ ਆਲ ਯੂਨਿਟਸ ਆਫ ਦੀ ਵੇਰੀਏਬਲ ਫੈਕਟਰਸ ਆਰ ਹੋਮੋਜੀਨੀਅਸ। ਮਤਲਬ ਕਿ ਐਫੀਸ਼ੀਐਂਸੀ ਵਾਈਜ਼ ਜਿਹੜੇ ਵੇਰੀਏਬਲ ਫੈਕਟਰ ਆ ਹਰ ਇੱਕ same same quality wise, there is no change in the techniques of production. And fourth one is factors of production can be used in different proportions. For example 2 hectares land ਦੇ ਉੱਪਰ ਇੱਕ ਲੇਬਰਸ ਨੂੰ ਵੀ ਇੱਕ ਲੇਬਰ ਨੂੰ ਯੂਜ਼ ਕਰ ਸਕਦੇ ਹਾਂ ਐਂਡ 2 ਹੈਕਟਰ ਲੈਂਡ ਦੇ ਉੱਪਰ ਅਸੀਂ 4 ਲੇਬਰ ਜਾਂ 10 ਲੇਬਰਸ ਨੂੰ ਵੀ ਯੂਜ਼ ਕਰ ਸਕਦੇ ਹਾਂ। ਦੈਟ ਮੀਨਸ ਫੈਕਟਰਸ ਆਫ ਪ੍ਰੋਡਕਸ਼ਨ ਡਿਫਰੈਂਟ ਪ੍ਰੋਪੋਰਸ਼ਨ ਵਿੱਚ ਹੋ ਸਕਦਾ ਹੈ। ਨੈਕਸਟ ਇਜ਼ 3 ਸਟੇਜਸ ਆਫ ਪ੍ਰੋਡਕਸ਼ਨ। ਪ੍ਰੋਡਕਸ਼ਨ ਦੀਆਂ 3 ਸਟੇਜਸ ਆ। ਸਟੇਜ 1 ਵਿੱਚ ਕੀ ਹੁੰਦਾ ਐਵਰੇਜ ਪ੍ਰੋਡਕਟ ਇਨਕਰੀਜ਼ ਕਰਦਾ ਹੈ ਜਿਸ ਕਾਰਨ ਟੋਟਲ ਪ੍ਰੋਡਕਟ ਵੀ ਇਨਕਰੀਜ਼ ਕਰਦਾ। ਸੈਕਿੰਡ ਸਟੇਜ ਵਿੱਚ ਐਵਰੇਜ ਪ੍ਰੋਡਕਟ ਉਹ ਵੇਰੀਏਬਲ ਫੈਕਟਰ ਡਿਕਰੀਜ਼ ਕਰਨਾ ਸਟਾਰਟ ਹੋ ਜਾਂਦਾ, ਬਟ ਜਿਹੜਾ ਟੋਟਲ ਪ੍ਰੋਡਕਟ ਆ ਉਹ ਕੰਟੀਨਿਊਸਲੀ ਇਨਕਰੀਜ਼ ਕਰਦਾ ਆ ਟਿਲ ਇਟ ਰੀਚਸ ਇਟਸ ਪੀਕ ਵੈਨ ਮਾਰਜਨਲ ਪ੍ਰੋਡਕਟ ਇਜ਼ 0। ਜਦੋਂ ਤੱਕ ਮਾਰਜਨਲ ਪ੍ਰੋਡਕਟ 0 ਨਹੀਂ ਹੋ ਜਾਂਦਾ ਟੋਟਲ ਪ੍ਰੋਡਕਟ ਕੰਟੀਨਿਊਸਲੀ ਇਨਕਰੀਜ਼ ਕਰਦਾ ਜਾਂਦਾ। ਐਂਡ ਥਰਡ ਸਟੇਜ ਵੈਨ ਐਵਰੇਜ ਪ੍ਰੋਡਕਟ ਆਫ ਦਾ ਵੇਰੀਏਬਲ ਫੈਕਟਰ ਇਜ਼ ਡਿਕਰੀਜ਼ ਟੋਟਲ ਪ੍ਰੋਡਕਟ ਆਲਸੋ ਸਟਾਰਟ ਡਿਕਰੀਜ਼ਿੰਗ ਐਂਡ ਮਾਰਜਨਲ ਪ੍ਰੋਡਕਟ ਨੈਗੇਟਿਵ। ਟੋਟਲ ਪ੍ਰੋਡਕਟ ਕਦੋਂ ਡਿਕਰੀਜ਼ ਹੁੰਦਾ ਜਦੋਂ ਮਾਰਜਨਲ ਪ੍ਰੋਡਕਟ ਨੈਗੇਟਿਵ ਹੋ ਜਾਂਦਾ ਆ। ਟੇਬਲ 2 ਦੇ ਵਿੱਚ 3 ਸਟੇਜਸ ਆਫ ਪ੍ਰੋਡਕਸ਼ਨ ਨੂੰ ਸ਼ੋ ਕੀਤਾ ਗਿਆ। ਯੂਨਿਟਸ ਆਫ ਲੈਂਡ ਦੈਟ ਇਜ਼ ਫਿਕਸਡ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਸ਼ੋ ਕੀਤਾ ਗਿਆ। ਯੂਨਿਟਸ ਆਫ ਲੇਬਰ ਦੈਟ ਇਜ਼ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਕਿ ਅਸੀਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਜਦੋਂ ਕੁਆਂਟੀਟੀ ਨੂੰ ਇਨਕਰੀਜ਼ ਕਰਦੇ ਜਾਂਦੇ ਹਾਂ ਤਾਂ ਪ੍ਰੋਡਕਸ਼ਨ ਦੇ ਵਿੱਚ ਕੀ ਚੇਂਜ ਆਉਂਦਾ ਆ। ਜਦੋਂ ਲੇਬਰ 1 ਸੀ, ਐਵਰੇਜ ਪ੍ਰੋਡਕਟ 2 ਸੀ, ਟੋਟਲ ਪ੍ਰੋਡਕਟ ਵੀ 2 ਐਂਡ ਮਾਰਜਨਲ ਪ੍ਰੋਡਕਟ ਵੀ 2। ਜਦੋਂ ਲੇਬਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ 2 ਕਰ ਦਿੱਤਾ, ਇੱਕ ਲੈਂਡ ਉੱਪਰ 1 ਹੈਕਟਰਸ ਆਫ ਲੈਂਡ ਦੇ ਉੱਪਰ 2 ਲੇਬਰਸ ਨੂੰ ਯੂਜ਼ ਕੀਤਾ, ਐਵਰੇਜ ਪ੍ਰੋਡਕਟ ਇਨਕਰੀਜ਼ ਹੋਇਆ 2.5, ਟੋਟਲ ਪ੍ਰੋਡਕਟ ਵੀ ਇਨਕਰੀਜ਼ ਹੋ ਗਿਆ 5 ਐਂਡ ਮਾਰਜਨਲ ਪ੍ਰੋਡਕਟ ਵੀ ਇਨਕਰੀਜ਼ ਹੋਇਆ। ਦੈਟ ਮੀਨਸ ਕਿ ਇੱਕ ਐਡੀਸ਼ਨ ਲੇਬਰ ਨੂੰ ਯੂਜ਼ ਕਰਨ ਦੇ ਨਾਲ ਟੋਟਲ ਪ੍ਰੋਡਕਟ ਵਿੱਚ ਇਨਕਰੀਮੈਂਟ ਆਇਆ। ਇੱਕ ਪੁਆਇੰਟ ਤੱਕ ਮਤਲਬ ਕਿ ਜਿਵੇਂ ਜਿਵੇਂ ਅਸੀਂ ਲੇਬਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਦੇ ਜਾਂਦੇ ਹਾਂ ਐਵਰੇਜ ਪ੍ਰੋਡਕਟ ਇਨਕਰੀਜ਼ ਕਰਦਾ ਜਾਂਦਾ ਜਿਸ ਕਾਰਨ ਟੋਟਲ ਪ੍ਰੋਡਕਟ ਵੀ ਇਨਕਰੀਜ਼ ਕਰਦਾ ਜਾਂਦਾ। ਬਟ ਇੱਕ ਪੁਆਇੰਟ ਤੋਂ ਬਾਅਦ ਜਿਹੜਾ ਟੋਟਲ ਪ੍ਰੋਡਕਟ ਇਨਕਰੀਜ਼ਿੰਗ ਰੇਟ 'ਤੇ ਇਨਕਰੀਜ਼ ਕਰਦਾ। ਦੈਟ ਮੀਨਸ ਕਿ ਪਹਿਲਾਂ ਐਡੀਸ਼ਨ ਕਿੰਨਾ ਪਹਿਲਾਂ ਇੱਕ ਲੇਬਰ ਲਾਉਣ ਨਾਲ ਐਵਰੇਜ ਪ੍ਰੋਡਕਟ ਇੱਕ ਲੇਬਰ ਦਾ 2 ਸੀ, ਬਾਅਦ ਵਿੱਚ 2 ਯੂਜ਼ ਕੀਤੇ ਤਾਂ 2.5 ਦੈਟ ਮੀਨਸ 5 ਐਡੀਸ਼ਨ ਹੋਇਆ ਟੋਟਲ ਪ੍ਰੋਡਕਟ ਵਿੱਚ। ਇਸ ਤਰ੍ਹਾਂ ਜਿਵੇਂ ਲੇਬਰ ਇੱਕ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਦੇ ਜਾਂਦੇ ਆ, ਜਿਹੜਾ ਪਹਿਲਾਂ ਟੋਟਲ ਪ੍ਰੋਡਕਟ ਆ ਇਨਕਰੀਜ਼ਿੰਗ ਰੇਟ 'ਤੇ ਵੱਧਦਾ ਆ, ਬਾਅਦ ਵਿੱਚ ਕੌਨਸਟੈਂਟ ਹੋ ਜਾਂਦਾ ਆ ਅਤੇ ਬਾਅਦ ਵਿੱਚ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ। ਦੈਟ ਮੀਨਸ
ਕਿ ਇੱਕ ਫਿਕਸਡ ਫੈਕਟਰ ਦੇ ਨਾਲ ਜਦੋਂ ਵੇਰੀਏਬਲ ਫੈਕਟਰਸ ਨੂੰ ਯੂਜ਼ ਕੀਤਾ ਜਾਂਦਾ ਆ, ਪ੍ਰੋਡਕਸ਼ਨ ਪਹਿਲਾਂ ਇਨਕਰੀਜ਼ ਕਰਦਾ ਆ, ਬਾਅਦ ਵਿੱਚ ਕੌਨਸਟੈਂਟ ਹੋ ਜਾਂਦਾ ਆ, ਅਤੇ ਬਾਅਦ ਵਿੱਚ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ। ਬਿਕੋਜ਼ ਕਿਉਂ, ਸਪੋਜ਼ ਇੱਕ ਲੈਂਡ ਆ, 1 ਹੈਕਟਰ ਲੈਂਡ ਆ, ਉਸ ਦੇ ਉੱਪਰ ਤੁਸੀਂ ਕਿੰਨੇ ਲੇਬਰ ਲਾ ਲਓਗੇ, ਠੀਕ ਆ। ਫੋਰ ਸਪੋਜ਼ ਤੁਹਾਨੂੰ 1 ਹੈਕਟਰ ਲੈਂਡ ਦੇ ਉੱਪਰ ਕੰਮ ਕਰਨ ਦੇ ਲਈ ਮੈਕਸੀਮਮ 5% ਚਾਹੀਦੇ ਆ। ਅਗਰ ਤੁਸੀਂ 5% ਨੂੰ ਯੂਜ਼ ਕਰੋਗੇ, ਠੀਕ ਆ, ਤੁਹਾਡੀ ਪ੍ਰੋਡਕਸ਼ਨ ਵੀ ਕੀ ਹੋਏਗਾ, ਮੈਕਸੀਮਮ ਹੋਏਗਾ, ਦੈਟ ਮੀਨਸ ਹਾਈਐਸਟ ਪ੍ਰੋਡਕਸ਼ਨ ਹੋਏਗਾ। ਬਟ ਅਗਰ ਤੁਸੀਂ ਸੇਮ ਉਸ ਲੈਂਡ ਦੇ ਉੱਪਰ 5 ਤੋਂ ਜ਼ਿਆਦਾ ਲੇਬਰ ਨੂੰ ਯੂਟੀਲਾਈਜ਼ ਕਰ ਲੈਂਦੇ ਆ, ਸਪੋਜ਼ ਤੁਸੀਂ 7 ਜਾਂ 10 ਜਿੰਨੇ ਵੀ ਲੇਬਰ ਯੂਜ਼ ਕਰਦੇ ਆ, ਉਸ ਨਾਲ ਕੀ ਹੋਏਗਾ, ਪ੍ਰੋਡਕਸ਼ਨ ਡਿਕਰੀਜ਼ ਕਰਨਾ ਸਟਾਰਟ ਹੋ ਜਾਏਗਾ। ਦੈਟ ਮੀਨਸ ਕਿ ਡਿਸਇੰਗੁਇਸ਼ਡ ਅਨਐਮਪਲੋਇਮੈਂਟ ਹੋ ਜਾਏਗੀ, ਕਿਉਂਕਿ ਅਗਰ 5% ਕੰਮ ਕਰਨ ਦੇ ਲਈ ਚਾਹੀਦੇ ਆ, ਅਗਰ 5% ਐਕਸਟਰਾ ਹੋਣਗੇ ਤਾਂ ਉਸ ਨਾਲ ਕੀ ਹੋਏਗੀ, ਆਊਟਪੁੱਟ ਦੇ ਵਿੱਚ ਡਿਕਰੀਜ਼ ਕਰਨਾ ਸਟਾਰਟ ਹੋ ਜਾਏਗਾ। ਸੇਮ ਇਸੇ ਤਰ੍ਹਾਂ ਅਗਰ ਇੱਕ ਮਸ਼ੀਨ ਆ, ਇੱਕ ਮਸ਼ੀਨ ਨੂੰ ਚਲਾਉਣ ਦੇ ਲਈ ਸਿਰਫ 2% ਦੀ ਰਿਕੁਆਇਰਮੈਂਟ ਆ, ਬਟ ਅਗਰ ਉਸ ਮਸ਼ੀਨ ਨੂੰ ਚਲਾਉਣ ਦੇ ਲਈ ਅਸੀਂ 5% ਉੱਥੇ ਹਾਇਰ ਕਰ ਦਿੰਦੇ ਆ, ਦੈਟ ਮੀਨਸ ਕਿ ਪ੍ਰੋਡਕਟੀਵਿਟੀ ਘੱਟ ਹੋਏਗੀ। ਕਿਉਂ ਘੱਟ ਹੋਏਗੀ, ਕਿਉਂਕਿ ਉਹ ਜਿਹੜੇ 3 ਐਕਸਟਰਾ ਪਰਸਨ ਆ, ਉਹ 2% ਨੂੰ ਵੀ ਚੰਗੀ ਤਰ੍ਹਾਂ ਪ੍ਰੋਪਰਲੀ ਕੰਮ ਕਰਨ ਨਹੀਂ ਦੇਣਗੇ। ਇਸ ਕਾਰਨ ਜਿਹੜੀ ਅਗਰ ਇੱਕ ਜਗ੍ਹਾ 'ਤੇ ਜਿੰਨੇ ਪਰਸਨ ਦੀ ਜ਼ਰੂਰਤ ਹੁੰਦੀ ਹੈ, ਉਸ ਤੋਂ ਅਸੀਂ ਜਦੋਂ ਜ਼ਿਆਦਾ ਪਰਸਨ ਹਾਇਰ ਕਰ ਦਿੰਦੇ ਹਾਂ, ਦੈਨ ਉਸ ਨਾਲ ਜਿਹੜੀ ਪ੍ਰੋਡਕਟੀਵਿਟੀ ਆ ਹੌਲੀ ਹੌਲੀ ਉਹ ਘਟਣੀ ਸਟਾਰਟ ਕਰ ਜਾਂਦੀ ਆ। ਇਸ ਲਈ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਵੀ ਇਹੀ ਕਹਿੰਦਾ ਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਦੇ ਹਾਂ, ਇਨੀਸ਼ੀਅਲੀ ਜਿਹੜਾ ਟੋਟਲ ਪ੍ਰੋਡਕਟ ਉਹ ਇਨਕਰੀਜ਼ ਕਰਦਾ ਇਨਕਰੀਜ਼ਿੰਗ ਰੇਟ 'ਤੇ, ਬਾਅਦ ਵਿੱਚ ਉਹ ਕੀ ਕੌਨਸਟੈਂਟ ਹੋ ਜਾਂਦਾ ਆ, ਬਾਅਦ ਵਿੱਚ ਕੀ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ ਆ। ਨੈਕਸਟ ਇਜ਼ ਇਸ ਡਾਇਗਰਾਮ ਵਿੱਚ ਟੋਟਲ ਪ੍ਰੋਡਕਟ ਨੂੰ ਮੇਜ਼ਰ ਕੀਤਾ ਗਿਆ ਐਂਡ ਇਸ ਦੇ ਵਿੱਚ ਐਵਰੇਜ ਪ੍ਰੋਡਕਟ ਐਂਡ ਮਾਰਜਨਲ ਪ੍ਰੋਡਕਟ ਨੂੰ ਸ਼ੋ ਕੀਤਾ ਗਿਆ। ਇਨੀਸ਼ੀਅਲੀ ਦੇਖੋ, ਜਦੋਂ ਇੱਕ ਕੋਈ ਫਰਮ ਆ ਜਾਂ ਪ੍ਰੋਡਿਊਸਰ ਆ, ਫਿਕਸ ਫੈਕਟਰ ਦੇ ਨਾਲ ਜਦੋਂ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਦੀ ਆ, ਅਤੇ ਜਿਹੜੀ ਕੁਆਂਟਿਟੀ ਆ ਟੋਟਲ ਪ੍ਰੋਡਕਟ ਆ ਉਹ ਇਨਕਰੀਜ਼ਿੰਗ ਰੇਟ 'ਤੇ ਵੱਧਦਾ ਹੈ, ਅਤੇ ਐਵਰੇਜ ਪ੍ਰੋਡਕਟ ਵੀ ਪੋਜ਼ੀਟਿਵ ਹੁੰਦਾ। ਦੈਟ ਮੀਨਸ ਐਵਰੇਜ ਪ੍ਰੋਡਕਟ ਵੀ ਪਹਿਲਾਂ ਇਨਕਰੀਜ਼ ਕਰਦਾ। ਦੈਟ ਮੀਨਸ ਇਸ ਲਾਈਨ ਤੋਂ ਸ਼ੋਰ ਹੈ ਕਿ ਐਵਰੇਜ ਪ੍ਰੋਡਕਟ ਇਨਕਰੀਜ਼ ਕਰ ਰਿਹਾ ਐਂਡ ਮਾਰਜਨਲ ਪ੍ਰੋਡਕਟ ਵੀ ਇਨਕਰੀਜ਼ ਕਰਦਾ। ਇਨੀਸ਼ੀਅਲੀ O ਤੋਂ ਲੈ ਕੇ I ਤੱਕ ਫਸਟ ਸਟੇਜ ਨੂੰ ਮੇਜ਼ਰ ਕੀਤਾ ਗਿਆ, ਉਸ ਕਾਰਨ ਜਿਹੜਾ O to F ਪੁਆਇੰਟ ਫਸਟ ਸਟੇਜ ਆ, ਜਿਹੜਾ ਟੋਟਲ ਪ੍ਰੋਡਕਟ ਉਹ ਵੀ ਇਨਕਰੀਜ਼ਿੰਗ ਰੇਟ 'ਤੇ ਇਨਕਰੀਜ਼ ਕਰ ਰਿਹਾ। ਉਸ ਤੋਂ ਬਾਅਦ ਜਿਹੜਾ ਐਵਰੇਜ ਪ੍ਰੋਡਕਟ ਆ ਉਹ ਡਿਕਰੀਜ਼ ਕਰਨਾ ਸਟਾਰਟ ਹੋ ਜਾਂਦਾ ਆ ਐਂਡ ਮਾਰਜਨਲ ਪ੍ਰੋਡਕਟ ਵੀ ਡਿਕਰੀਜ਼ ਕਰਨਾ ਸਟਾਰਟ ਹੋ ਜਾਂਦਾ। ਬਟ ਟੋਟਲ ਪ੍ਰੋਡਕਟ ਵਿੱਚ ਇਨਕਰੀਜ਼ ਤਾਂ ਆਉਂਦਾ, ਬਟ ਡਿਮੀਨਿਸ਼ਿੰਗ ਰੇਟ 'ਤੇ, ਮਤਲਬ ਕਿ ਟੋਟਲ ਪ੍ਰੋਡਕਟ ਵੱਧਦਾ ਤਾਂ ਹੈ ਬਟ ਡਿਮੀਨਿਸ਼ਿੰਗ ਰੇਟ ਦੇ ਉੱਪਰ, ਠੀਕ ਆ। ਜਦੋਂ ਮਾਰਜਨਲ ਪ੍ਰੋਡਕਟ 0 ਹੋ ਜਾਂਦਾ ਆ ਅਤੇ ਐਵਰੇਜ ਪ੍ਰੋਡਕਟ ਕੀ ਹੁੰਦਾ, ਟੋਟਲ ਪ੍ਰੋਡਕਟ ਉਸ ਟਾਈਮ ਹਾਈਐਸਟ ਹੁੰਦਾ ਆ। ਥਰਡ ਸਟੇਜ ਦੇ ਵਿੱਚ ਐਵਰੇਜ ਪ੍ਰੋਡਕਟ ਡਿਕਰੀਜ਼ ਕਰਦਾ ਬਟ ਮਾਰਜਨਲ ਪ੍ਰੋਡਕਟ ਨੈਗੇਟਿਵ ਹੋ ਜਾਂਦਾ ਆ, ਜਿਸ ਕਾਰਨ ਜਿਹੜਾ ਟੋਟਲ ਪ੍ਰੋਡਕਟ ਆ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ। G ਪੁਆਇੰਟ ਤੋਂ ਬਾਅਦ ਉਹ ਡਾਊਨਵਰਡ ਹੋ ਜਾਂਦਾ ਹੈ। ਦੈਟ ਮੀਨਸ ਕਿ ਇੱਕ ਪੁਆਇੰਟ ਤੋਂ ਬਾਅਦ ਪਹਿਲਾਂ ਟੋਟਲ ਪ੍ਰੋਡਕਟ ਇਨਕਰੀਜ਼ ਕਰਦਾ ਆ, ਬਾਅਦ ਵਿੱਚ ਡਿਮੀਨਿਸ਼ਿੰਗ ਰੇਟ 'ਤੇ ਇਨਕਰੀਜ਼ ਕਰਦਾ, ਬਾਅਦ ਵਿੱਚ ਕੌਨਸਟੈਂਟ ਹੋ ਜਾਂਦਾ ਅਤੇ ਫਿਰ ਡਿਕਰੀਜ਼ ਕਰ ਜਾਂਦਾ ਆ। ਨੈਕਸਟ ਇਜ਼ significance of the stages analysis. Stages analysis is significant from the 2 point of view. First is it highlights average product, marginal product and total product relationship. It helps identify the stage of rational decision by a firm. First is average product, marginal product and total product ਦਾ ਕੀ ਰਿਲੇਸ਼ਨ ਅਸੀਂ ਇਸ ਤੋਂ ਸ਼ੋ ਕਰ ਸਕਦੇ ਹਾਂ ਸਟੇਜਸ ਤੋਂ। ਫਸਟ, ਰਿਲੇਸ਼ਨਸ਼ਿਪ ਬਿਟਵੀਨ ਐਵਰੇਜ ਪ੍ਰੋਡਕਟ ਐਂਡ ਮਾਰਜਨਲ ਪ੍ਰੋਡਕਟ। ਅਸੀਂ ਐਵਰੇਜ ਪ੍ਰੋਡਕਟ ਅਤੇ ਮਾਰਜਨਲ ਪ੍ਰੋਡਕਟ ਦੇ ਵਿੱਚ ਰਿਲੇਸ਼ਨ ਇਸ ਡਾਇਗਰਾਮ ਦੇ ਅਕੋਰਡਿੰਗ ਦੱਸ ਸਕਦੇ ਹਾਂ। ਤੁਸੀਂ ਦੱਸ ਸਕਦੇ ਹੋ ਕਿ ਜਦੋਂ ਐਵਰੇਜ ਪ੍ਰੋਡਕਟ ਇਨਕਰੀਜ਼ ਕਰਦਾ ਆ ਤਾਂ ਮਾਰਜਨਲ ਪ੍ਰੋਡਕਟ ਵੀ ਇਨਕਰੀਜ਼ ਕਰ ਰਿਹਾ, ਠੀਕ ਹੈ। ਜਦੋਂ ਐਵਰੇਜ ਪ੍ਰੋਡਕਟ ਡਿਕਲਾਈਨ ਕਰਦਾ, ਮਾਰਜਨਲ ਪ੍ਰੋਡਕਟ ਵੀ ਡਿਕਰੀਜ਼ ਕਰਨਾ ਸਟਾਰਟ ਹੋ ਜਾਣਾ। ਜਦੋਂ ਐਵਰੇਜ ਪ੍ਰੋਡਕਟ ਪਹਿਲਾਂ ਇਨਕਰੀਜ਼ ਕਰਦਾ ਹੈ ਅਤੇ ਮਾਰਜਨਲ ਪ੍ਰੋਡਕਟ ਇਨਕਰੀਜ਼ ਕਰਦਾ ਬਟ ਉਸ ਦੇ ਨਾਲੋਂ ਜ਼ਿਆਦਾ, ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਹੈ ਕਿ ਜਦੋਂ ਐਵਰੇਜ ਪ੍ਰੋਡਕਟ ਇਨਕਰੀਜ਼ ਕਰ ਰਿਹਾ, ਇੱਥੇ ਦੇਖੋ, ਅਤੇ ਮਾਰਜਨਲ ਪ੍ਰੋਡਕਟ ਜਿਹੜਾ ਇਨਕਰੀਜ਼ ਆ ਉਹ ਐਵਰੇਜ ਪ੍ਰੋਡਕਟ ਦੇ ਨਾਲ ਜ਼ਿਆਦਾ ਆ। ਜਦੋਂ ਐਵਰੇਜ ਪ੍ਰੋਡਕਟ ਡਿਕਰੀਜ਼ ਕਰਦਾ ਆ ਅਤੇ ਮਾਰਜਨਲ ਪ੍ਰੋਡਕਟ ਵੀ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ ਆ।
ठीक है। जो एवरेज प्रोडक्ट डिक्रीज़ करता है मार्जिनल प्रोडक्ट नैगेटिव हो जाता है। दैट मीनस कि एवरेज प्रोडक्ट पॉजिटिव ही रहता है बट मार्जिनल प्रोडक्ट इनक्रीज़ भी करता, जीरो भी होंदा है तो नैगेटिव भी हो सकता है। दैट मीनस सिंपल आ इस डायग्राम के अकॉर्डिंग सिंपल तुम शो करोगे रिलेशन कि जो एवरेज प्रोडक्ट इनक्रीज़ करता मार्जिनल प्रोडक्ट इनक्रीज़ करता बट उसके नालों ज़्यादा रेट से, जो सैकेंड स्टेज विच एवरेज प्रोडक्ट डिक्रीज़ करता मार्जिनल प्रोडक्ट भी डिक्रीज़ करता है बट उसके नालों ज़्यादा डिक्रीज़ होंदा मार्जिनल प्रोडक्ट विच। एवरेज थर्ड स्टेज विच एवरेज प्रोडक्ट इन डिक्रीज़ कर रहा है बट वो पॉजिटिव है बट जो मार्जिनल प्रोडक्ट है वो की होंदा नैगेटिव हो जाता है। नैक्सट इज़ रिलेशनशिप बिटवीन मार्जिनल प्रोडक्ट एंड टोटल प्रोडक्ट। ये भी रिलेशन असीं इस डायग्राम के अकॉर्डिंग शो कर सकते हैं कि जो मार्जिनल प्रोडक्ट इनक्रीज़ करता टोटल प्रोडक्ट भी इनक्रीज़ कर रहा इनक्रीजिंग रेट के उपर, कि जो मार्जिनल प्रोडक्ट जीरो हो जाता है टोटल प्रोडक्ट मैक्सीमम होंदा, जो मार्जिनल प्रोडक्ट नैगेटिव हो जाता है टोटल प्रोडक्ट डिक्रीज़ करना स्टार्ट कर जाता है। Next is conditions of applicability or causes of application. First point is indivisibility of factors. The main cause of this stage of increasing returns is that some factors of production are indivisible. It means in order to produce goods up to a given limit, at least one unit of the fixed factor is indispensable. ਜਦੋਂ ਇੱਕ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਅਸੀਂ ਫਿਕਸਡ ਫੈਕਟਰ ਲਾਈਕ ਮਸ਼ੀਨ ਹੋ ਗਿਆ, ਫਿਕਸ ਫੈਕਟਰ ਕਿਹੜਾ ਮਸ਼ੀਨ, ਉਹਨੂੰ ਸਪੋਜ਼ ਕਿ ਇਨੀਸ਼ੀਅਲ ਸਟੇਜ ਦੇ ਵਿੱਚ ਉਹ ਕੀ ਆ ਅੰਡਰ ਯੂਟੀਲਾਈਜ਼ ਹੈ ਕਿ ਉਸਦਾ ਪ੍ਰੋਪਰ ਯੂਜ਼ ਨਹੀਂ ਹੋ ਰਿਹਾ, ਕਿ ਉਸਨੂੰ ਯੂਜ਼ ਕਰਨ ਲਈ ਪਰਸਨ ਚਾਹੀਦੇ ਆ 10, ਕਿ ਉਸਦੀ ਪੂਰੀ ਕਹਿ ਲਓ ਕੈਪੈਸਿਟੀ ਦਾ ਯੂਜ਼ ਕਰਨ ਦੇ ਲਈ 10% ਚਾਹੀਦੇ ਆ ਕਿ ਉਸਦਾ ਪੂਰੀ ਤਰ੍ਹਾਂ ਯੂਟੀਲਾਈਜ਼ ਕਰਨ ਲਈ, ਬਟ ਸਿਰਫ 5% ਉਸ 'ਤੇ ਕੰਮ ਕਰ ਰਹੀ, ਇਸ ਲਈ ਉਸਦਾ ਜਿਹੜਾ ਪ੍ਰੋਡਕਸ਼ਨ ਹੋਏਗਾ ਅੰਡਰ ਪ੍ਰੋਡਕਸ਼ਨ ਹੋਏਗਾ। ਇਸ ਲਈ ਇਨੀਸ਼ੀਅਲ ਸਟੇਜ ਦੇ ਵਿੱਚ ਜਦੋਂ ਕਹਿੰਦੇ ਫਿਕਸਡ ਫੈਕਟਰ ਦਾ ਅੰਡਰ ਯੂਟੀਲਾਈਜ਼ ਹੁੰਦਾ ਆ, ਅਗਰ ਅਸੀਂ ਇਹਨੂੰ ਕਹਿੰਦੇ ਫੁੱਲੀ ਯੂਟੀਲਾਈਜ਼ ਕਰਨ ਦੇ ਲਈ ਵੇਰੀਏਬਲ ਫੈਕਟਰ ਲਾਈਕ ਲੇਬਰ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਦੇ ਹਾਂ, ਦੈਨ addition application of the variable factor facilitates process based division of labor that raises the efficiency of the factor। ਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਹੋਰ ਵੇਰੀਏਬਲ ਫੈਕਟਰਸ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਦੇ ਆ ਇਨੀਸ਼ੀਅਲ ਸਟੇਜ ਦੇ ਵਿੱਚ, ਦੈਨ ਉਸ ਮਸ਼ੀਨ ਦਾ ਕੀ ਹੁੰਦਾ ਪ੍ਰੋਪਰ ਯੂਟੀਲਾਈਜੇਸ਼ਨ ਹੋਣਾ ਸਟਾਰਟ ਹੋ ਜਾਂਦਾ, ਜਿਸ ਕਾਰਨ ਜਿਹੜੀ ਉਸ ਮਸ਼ੀਨ ਦੀ ਪੂਰੀ ਐਫੀਸ਼ੀਐਂਸੀ ਨਾਲ ਯੂਜ਼ ਹੋਣਾ ਸਟਾਰਟ ਹੋ ਜਾਂਦਾ, ਜਿਸ ਕਾਰਨ ਜਿਹੜਾ ਉਹਦਾ ਪ੍ਰੋਡਕਸ਼ਨ ਆ ਮਸ਼ੀਨ ਦਾ ਉਹ ਇਨਕਰੀਜ਼ ਕਰ ਜਾਂਦਾ, ਜਿਸ ਕਾਰਨ ਜਿਹੜਾ ਮਾਰਜਨਲ ਪ੍ਰੋਡਕਟ ਇਨਕਰੀਜ਼ ਕਰਦਾ ਆ ਐਂਡ ਟੋਟਲ ਪ੍ਰੋਡਕਟ ਇਨਕਰੀਜ਼ਿੰਗ ਰੇਟ 'ਤੇ ਇਨਕਰੀਜ਼ ਕਰਦਾ ਹੈ। ਨੈਕਸਟ ਪੁਆਇੰਟ ਇਜ਼ change in factor ratio. The main cause of the operation of this stage of diminishing return is that one of the factors of production is variable while others are fixed. Diminishing return applicable ਕਦੋਂ ਹੁੰਦਾ ਕਿ ਜੋ diminishing return means ਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਦੇ ਹਾਂ ਆਊਟਪੁੱਟ ਵਧਾਉਣ ਦੇ ਲਈ, ਬਟ ਸਾਡਾ ਆਊਟਪੁੱਟ ਇਨਕਰੀਜ਼ ਨਹੀਂ ਕਰਦਾ, ਡਿਕਰੀਜ਼ ਕਰਨਾ ਸਟਾਰਟ ਹੋ ਜਾਂਦਾ। ਕਿਉਂ ਹੁੰਦਾ ਹੈ? ਕਿਉਂਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਕੁਆਂਟਿਟੀ ਨੂੰ ਇੱਕ ਲਿਮਿਟ ਤੋਂ ਜ਼ਿਆਦਾ ਇਨਕਰੀਜ਼ ਕਰ ਦਿੰਦੇ ਆ, ਦੈਨ ਜਿਹੜਾ ਪ੍ਰੋਡਕਸ਼ਨ ਆ ਉਹ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ ਹੈ, ਕਿਉਂਕਿ ਜਿਹੜੇ ਇੱਕ ਪ੍ਰੋਡਕਸ਼ਨ ਆ ਉਹ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਦੇ ਕੋਆਪਰੇਸ਼ਨ ਦੇ ਨਾਲ ਹੀ ਇਨਕਰੀਜ਼ ਕੀਤਾ ਜਾ ਸਕਦਾ ਹੈ। ਸਪੋਜ਼ ਕਿ ਇੱਕ ਲੈਂਡ ਆ 10 ਹੈਕਟਰਸ ਆਫ ਲੈਂਡ ਆ, ਉਸ ਦੇ ਉੱਪਰ 5 ਲੇਬਰਸ ਦੀ ਜ਼ਰੂਰਤ ਆ ਪ੍ਰੋਡਕਸ਼ਨ ਕਰਨ ਦੇ ਲਈ, ਕਿ ਲੈਂਡ ਦਾ ਫੁੱਲੀ ਤਰ੍ਹਾਂ ਯੂਟੀਲਾਈਜ਼ ਕਰਨ ਦੇ ਲਈ 5 ਪਰ ਲੇਬਰਸ ਇਨਫ ਆ। in that case land labor ratio ਕੀ ਗਿਆ 2:1। that means ਕਿ 1 ਹੈਕਟਰ ਲੈਂਡ ਦੇ ਉੱਪਰ that means 2 ਹੈਕਟਰ ਲੈਂਡ ਦੇ ਉੱਪਰ 1 ਲੇਬਰ ਇਨਫ ਆ ਕੰਮ ਕਰਨ ਦੇ ਲਈ, ਠੀਕ ਹੈ। ਬਟ ਅਗਰ ਅਸੀਂ ਲੇਬਰਸ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਕੇ 10 ਕਰ ਦਿੰਦੇ ਹਾਂ, ਦੈਨ ਲੈਂਡ ਲੇਬਰ ਦਾ ਰੇਸ਼ੀਓ ਕੀ ਹੋਏਗਾ 1:1। ਇਟ ਇਜ਼ ਓਬਵੀਅਸ ਦੈਟ 1 ਲੇਬਰਸ ਔਨ 1 ਹੈਕਟਰ ਆਫ ਲੈਂਡ ਵਿਲ ਪ੍ਰੋਡਿਊਸ ਲੈਸ ਦੈਨ 1 ਲੇਬਰ ਔਨ 2 ਹੈਕਟਰਸ ਆਫ ਲੈਂਡ। ਦੈਟ ਮੀਨਸ ਕਿ ਸਾਨੂੰ ਪ੍ਰੋਡਕਸ਼ਨ ਕਰਨ ਦੇ ਲਈ 5% ਦੀ ਜ਼ਰੂਰਤ ਸੀ, ਜੋ ਕਿ ਐਫੀਸ਼ੀਐਂਟ ਸੀ, ਇਨਫ ਸੀ, ਠੀਕ ਆ 10 ਹੈਕਟਰ ਆਫ ਲੈਂਡ ਦੇ ਲਈ। ਬਟ ਅਗਰ ਅਸੀਂ ਉਸੇ ਲੈਂਡ ਦੇ ਉੱਪਰ 5% ਹੋਰ ਐਡ ਕਰ ਦਿੰਦੇ ਆ, ਦੈਨ ਜਿਹੜੀ ਪ੍ਰੋਡਕਟੀਵਿਟੀ ਆ ਉਹ ਡਿਕਰੀਜ਼ ਕਰ ਜਾਏਗੀ। ਦੈਟ ਮੀਨਸ ਕਿ ਮਾਰਜਨਲ ਪ੍ਰੋਡਕਟ ਡਿਕਰੀਜ਼ ਹੋਏਗਾ, ਤੇ ਜਿਹੜਾ ਟੋਟਲ ਪ੍ਰੋਡਕਟ ਆ ਉਹ ਵੀ ਡਿਕਰੀਜ਼ ਹੋਣਾ ਸਟਾਰਟ ਹੋ ਜਾਏਗਾ। ਦੈਟ ਮੀਨਸ ਉਹ ਡਿਮਿਨਿਸ਼ ਹੋ ਜਾਏਗਾ।
Next is imperfect substitutes. According to Mr. John Robinson, it is the imperfect substitute of factor that is mainly responsible for the operation of the stage of diminishing return. That means कि कुछ factors of production imperfect substitutes ਹੁੰਦੇ ਆ, मतलब कि imperfect substitutes ਦਾ मतलब कि ਜਿਨ੍ਹਾਂ ਨੂੰ ਅਸੀਂ ਇੱਕ ਦੂਸਰੇ ਦੀ place ਦੇ ਉੱਪਰ ਪੂਰੀ ਤਰ੍ਹਾਂ use ਨਹੀਂ ਕਰ ਸਕਦੇ। ਸਪੋਜ਼ ਕਿਸੇ ਫੈਕਟਰੀ ਦੇ ਵਿੱਚ ਅਸੀਂ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਇੱਕ ਮਸ਼ੀਨ ਦੇ ਉੱਪਰ 5% ਦੀ ਰਿਕੁਆਇਰਮੈਂਟ ਆ, ਠੀਕ ਆ। ਅਸੀਂ ਉਹ 5% 'ਤੇ ਲਾ ਕੇ ਮਸ਼ੀਨ ਦਾ ਪ੍ਰੋਪਰ ਪੂਰੀ ਤਰ੍ਹਾਂ ਯੂਟੀਲਾਈਜ਼ ਕਰਕੇ, ਦੈਟ ਮੀਨਸ ਇੱਕ ਮਸ਼ੀਨ ਦੀ ਪ੍ਰੋਡਕਸ਼ਨ ਕਰਨ ਦੀ ਕਪੈਸਿਟੀ 1000 ਬੁੱਕਸ ਇੱਕ ਦਿਨ ਦੇ ਵਿੱਚ, ਠੀਕ ਆ। ਅਸੀਂ 5% ਉਸ 'ਤੇ ਅਪਲਾਈ ਕਰਕੇ ਉਹ ਪੂਰਾ ਪ੍ਰੋਡਕਸ਼ਨ ਕਰ ਦੇਂਗੇ। ਬਟ ਇਸ ਦਾ ਮਤਲਬ ਇਹ ਨਹੀਂ ਹੋ ਕਿ ਅਸੀਂ ਉਸ ਇੱਕ ਮਸ਼ੀਨ ਦੇ ਉੱਪਰ 10 ਲੇਬਰ ਲਾ ਕੇ ਅਸੀਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਨਹੀਂ, ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਫਿਕਸਡ ਫੈਕਟਰ ਦੀ ਕੁਆਂਟੀਟੀ ਨੂੰ ਵੀ ਇਨਕਰੀਜ਼ ਕਰਨਾ ਪਏਗਾ। ਇਸ ਲਈ ਕੁਝ ਫੈਕਟਰਸ ਆਫ ਪ੍ਰੋਡਕਸ਼ਨ ਇਮਪਰਫੈਕਟ ਸਬਸਟੀਟਿਊਟਸ ਹੁੰਦੇ ਆ ਕਿ ਅਸੀਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਸਿਰਫ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਕੇ ਪ੍ਰੋਡਕਸ਼ਨ ਨਹੀਂ ਇਨਕਰੀਜ਼ ਕਰ ਸਕਦੇ। ਇੱਕ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਫਿਕਸਡ ਐਂਡ ਵੇਰੀਏਬਲ ਫੈਕਟਰ ਦੇ ਐਪਰੋਪਰੀਏਟ ਰੇਸ਼ੋ ਦੀ ਜ਼ਰੂਰਤ ਹੁੰਦੀ ਹੈ ਇਨਕਰੀਜ਼ ਕਰਨ ਦੇ ਲਈ। ਅਗਰ ਅਸੀਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਬਹੁਤ ਜ਼ਿਆਦਾ ਰੇਸ਼ੋ ਨੂੰ ਯੂਜ਼ ਕਰ ਲੈਂਦੇ ਹਾਂ, ਦੈਨ ਜਿਹੜਾ ਮਾਰਜਨਲ ਰਿਟਰਨ ਆਫ ਦਾ ਵੇਰੀਏਬਲ ਫੈਕਟਰਸ ਆ, ਵੇਰੀਏਬਲ ਫੈਕਟਰਸ ਦੀ ਮਾਰਜਨਲ ਰਿਟਰਨ ਉਹ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ ਆ। ਨੈਕਸਟ ਇਜ਼ ਪੋਸਟਪੋਨਮੈਂਟ ਆਫ ਦੀ ਲਾਅ। ਦੈਟ ਮੀਨਸ ਕਿ ਲਾਅ ਕਿੰਨਾ ਦੋ ਕੇਸਿਸ ਵਿੱਚ ਐਪਲੀਕੇਬਲ ਨਹੀਂ ਹੁੰਦਾ। ਫਸਟ ਵਨ ਇਜ਼ ਇੰਪਰੂਵਮੈਂਟ ਇਨ ਟੈਕਨੋਲੋਜੀ। ਜਦੋਂ ਅਸੀਂ ਟੈਕਨੋਲੋਜੀ ਦੇ ਵਿੱਚ ਇੰਪਰੂਵ ਕਰ ਦਿੰਦੇ ਹਾਂ, ਦੈਨ ਕਿ ਜਦੋਂ ਅਸੀਂ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਦੇ ਹਾਂ ਨਿਊ ਇੰਪਰੂਵ ਟੈਕਨੋਲੋਜੀ ਦੇ ਨਾਲ, ਜਿਹੜਾ ਪ੍ਰੋਡਕਸ਼ਨ ਆ ਉਹ ਇਨਕਰੀਜ਼ਿੰਗ ਰੇਟ 'ਤੇ ਹੀ ਇਨਕਰੀਜ਼ ਕਰਦਾ। ਉਸ ਦੇ ਨਾਲ ਕੀ ਆ, ਕੋਸਟ ਵਿੱਚ ਡਿਕਰੀਜ਼ ਆ ਜਾਂਦਾ, ਠੀਕ ਹੈ। ਅਤੇ ਜਿਹੜਾ ਪ੍ਰੋਡਕਸ਼ਨ ਆ ਉਹ ਇਨਕਰੀਜ਼ ਕਰਦਾ ਜਾਂਦਾ, ਪ੍ਰੋਡਕਟੀਵਿਟੀ, ਜਦੋਂ ਅਸੀਂ ਨਿਊ ਇੰਪਰੂਵਡ ਟੈਕਨੋਲੋਜੀ ਨੂੰ ਯੂਜ਼ ਕਰਦੇ ਹਾਂ ਪ੍ਰੋਡਕਸ਼ਨ ਦੇ ਵਿੱਚ। ਸੈਕਿੰਡ ਇਜ਼ ਵੈਨ ਫੈਕਟਰਸ ਆਫ ਪ੍ਰੋਡਕਸ਼ਨ ਆਰ ਪਰਫੈਕਟ ਸਬਸਟੀਟਿਊਟਸ। ਜਦੋਂ ਫੈਕਟਰਸ ਆਫ ਪ੍ਰੋਡਕਸ਼ਨ ਪਰਫੈਕਟ ਸਬਸਟੀਟਿਊਟਸ ਹੋਣਗੇ, ਮਤਲਬ ਕਿ ਅਸੀਂ ਇੱਕ ਫੈਕਟਰ ਜਿਹੜੀ ਅਸੀਂ ਕੁਆਂਟਿਟੀ ਨੂੰ ਇਨਕਰੀਜ਼ ਨਹੀਂ ਕਰ ਸਕਦੇ, ਉਸ ਦੀ ਜਗ੍ਹਾ 'ਤੇ ਅਸੀਂ ਦੂਸਰੇ ਫੈਕਟਰਸ ਦੀ ਅਸੀਂ ਕੁਆਂਟਿਟੀ ਨੂੰ ਇਨਕਰੀਜ਼ ਕਰ ਸਕਦੇ ਹਾਂ। ਅਗਰ ਉਹਨੂੰ ਯੂਜ਼ ਕਰਕੇ ਪ੍ਰੋਡਕਸ਼ਨ ਇਨਕਰੀਜ਼ ਕਰਦਾ ਜਾ ਰਿਹਾ ਕੰਟੀਨਿਊਸਲੀ, ਦੈਨ ਉਸ ਟਾਈਮ ਦੇ ਵਿੱਚ ਸਿਚੁਏਸ਼ਨ ਦਾ ਲਿਮਿਟੇਸ਼ਨ ਆਫ ਫਿਕਸਿਟੀ ਆਫ ਫੈਕਟਰ ਡਜ਼ ਨਾਟ ਐਗਜ਼ਿਸਟ, ਦੈਟ ਉਸ ਟਾਈਮ ਜਿਹੜਾ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਐਪਲੀਕੇਬਲ ਨਹੀਂ ਹੁੰਦਾ। ਕਿ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਕੀ ਕਹਿੰਦਾ ਆ ਕਿ ਸ਼ਾਰਟ ਪੀਰੀਅਡ ਦੇ ਵਿੱਚ ਜਦੋਂ ਫਿਕਸਡ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਦੀ ਕੁਆਂਟਿਟੀ ਨੂੰ ਇਨਕਰੀਜ਼ ਕੀਤਾ ਜਾਂਦਾ ਆ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ, ਸਟਾਰਟਿੰਗ ਇਨੀਸ਼ੀਅਲੀ ਕੀ ਹੁੰਦਾ ਆ, ਜਿਹੜਾ ਟੋਟਲ ਪ੍ਰੋਡਕਟ ਆ ਇਨਕਰੀਜ਼ਿੰਗ ਰੇਟ ਦੇ ਉੱਪਰ ਵੱਧਦਾ ਆ, ਬਾਅਦ ਵਿੱਚ ਡਿਕਰੀਜ਼ਿੰਗ ਰੇਟ ਦੇ ਉੱਪਰ, ਮਤਲਬ ਕਿ ਇੱਕ ਕੌਨਸਟੈਂਟ ਰੇਟ ਦੇ ਉੱਪਰ ਵੱਧਦਾ ਆ, ਐਂਡ ਬਾਅਦ ਵਿੱਚ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ ਆ।